ਭਾਗ 3 ਲਾਹੌਰ 11 ਅਕਤੂਬਰ 1962। ਰਾਤੀ ਬੜੇ ਚਾਅ ਨਾਲ ਫੈਸਲਾ ਕਰਕੇ ਸੁੱਤਾ ਸਾਂ ਕਿ ਸਵੇਰੇ ਮੂੰਹ ਹਨੇਰੇ ਲੰਮੀ ਸੈਰ 'ਤੇ ਨਿਕਲ ਜਾਵਾਂਗਾ, ਪਰ ਵੇਲਾ ਆਉਣ ਉੱਤੇ ਜੋਸ਼ ਠੰਡਾ ਹੋਇਆ ਪਿਆ ਸੀ। ਬਿਸਤਰੇ ਵਿੱਚ ਲੇਟਿਆਂ ਖਿਆਲ ਆਉਣ ਲੱਗ ਪਏ। ਜਿਸ ਦੇਸ਼ ਦੀ ਹੋਂਦ ਦਾ ਆਧਾਰ ਫਿਰਕਾ ਪ੍ਰਸਤੀ ਹੋਵੇ, ਉਸ ਵਿੱਚ ਬੰਦਾ ਕਿੰਜ ਖੁੱਲ੍ਹ ਕੇ ਸਾਹ ਲੈ ਸਕਦਾ ਹੈ, ਖਾਸ ਕਰ ਜਦੋਂ ਉਹ ਆਪ ਪਸੰਦੀਦਾ ਫਿਰਕੇ ਦਾ ਆਦਮੀ ਨਾ ਹੋਵੇ। ਫਿਰਕਾ ਪ੍ਰਸਤੀ ਨਾਲ ਕਿਤਨੀ ਨਫ਼ਰਤ ਕੀਤੀ ਜਾਂਦੀ ਸੀ, ਕਿਤਨਾ ਉਸ ਦੇ ਨਤੀਜਿਆਂ ਤੋਂ ਡਰ ਲੱਗਦਾ ਸੀ, ਪਰ ਅਖੀਰ ਵਿੱਚ ਇੱਥੇ ਉਹ ਇੱਕ ਤਸਲੀਮਸ਼ੁਦਾ ਅਤੇ ਕਾਨੂੰਨ ਵੱਲੋਂ ਨਵਾਜੀ ਹੋਈ ਹਕੀਕਤ ਬਣ ਗਈ। ਜੇ ਹਿੰਦੁਸਤਾਨ ਕੇਵਲ ਹਿੰਦੂ ਦਾ ਮੁਲਕ ਪ੍ਰਵਾਨ ਕਰ ਲਿਆ ਜਾਏ, ਹਰ ਵੇਲੇ ਮੰਦਰਾਂ ਦੇ ਟੱਲ ਖੜਕਿਆ ਕਰਨ ਤੇ ਘੂਰ ਕੇ ਜੰਜੂਆਂ ਤੇ ਬੋਦੀਆਂ ਦਾ ਸ਼ੁਮਾਰ ਕੀਤਾ ਜਾਏ, ਤਾਂ ਕਿ ਉਹ ਰਹਿਣ ਦੇ ਕਾਬਲ ਮੁਲਕ ਰਹਿ ਜਾਏਗਾ। ਫਿਰ ਮਨ ਵਿੱਚ ਸਵਾਲ ਉੱਠਿਆ ਕਿ ਹੁਣ ਤੀਕ ਭਾਰਤ ਨੂੰ ਅਸੀਂ ਸਹੀ ਮਾਇਨਿਆਂ ਵਿੱਚ ਅਧਰਮੀ ਗਣਰਾਜ ਬਣਾ ਸਕੇ ਹਾਂ। ਭਾਵੇਂ ਧਾਰਮਿਕ ਰੁਚੀਆਂ ਦਾ ਆਦਮੀ ਨਾ ਸਹੀ, ਫਿਰ ਵੀ ਬਹੁ ਗਿਣਤੀ ਵਾਲੇ ਫਿਰਕੇ ਦਾ ਜੀਵ ਹਾਂ। ਮੈਨੂੰ ਕੀ ਪਤਾ ਘੱਟ ਗਿਣਤੀ ਵਾਲੇ ਫਿਰਕੇ ਆਪਣੇ ਆਪ ਨੂੰ ਹਿੰਦੂਆਂ ਦੇ ਸਮਾਨ ਸੁਰੱਖਿਅਤ ਅਤੇ ਆਜ਼ਾਦ ਮਹਿਸੂਸ ਕਰਦੇ ਹਨ ਕਿ ਨਹੀਂ। ਕਦੇ ਮੈਂ ਇਸ ਸਮੱਸਿਆ ਉੱਪਰ ਗੰਭੀਰਤਾ ਨਾਲ ਜਾਂਚ ਪੜਤਾਲ ਕੀਤੀ ਹੈ। ਕਦੇ ਮੈਂ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਮੁਸਲਮਾਨ ਜਨਤਾ ਕਿਵੇਂ ਰਹਿੰਦੀ ਹੈ, ਉਸ ਦੇ ਦ੍ਰਿਸ਼ਟੀਕੋਣ ਕੀ ਹਨ। ਕੁਰਾਨ ਸ਼ਰੀਫ ਦਾ ਅਧਿਐਨ ਵੀ ਬੰਬਈਓ ਟੁਰਨ ਤੋਂ ਕੁਝ ਦਿਨ ਪਹਿਲਾਂ ਹੀ ਕੀਤਾ ਸੀ। ਉਹ ਵੀ ਸ਼ਾਇਦ ਆਪਣੀ ਸੁਰੱਖਿਅਤਾ ਦੀ ਗਰਜ਼ ਤੋਂ ਮਜਬੂਰ ਹੋ ਕੇ, ਪਰ ਉਸ ਨਾਲ ਮੇਰੇ ਮਨ ਦੇ ਕਿਤਨੇ ਭਰਮ ਦੂਰ ਹੋਏ ਸਨ। ਹਜ਼ਰਤ ਮੁਹੰਮਦ ਦੀ ਜ਼ਾਤ ਅਤੇ ਉਹਨਾਂ ਦੀ ਸਿੱਖਿਆ ਲਈ ਦਿਲ ਵਿੱਚ ਕਿਤਨਾ ਆਦਰ ਪੈਦਾ ਹੋਇਆ ਸੀ, ਪਰ ਹਾਲਾਂ ਵੀ ਮੇਰੇ ਅੰਦਰ ਕਿਤਨਾ ਗਿਆਨ ਹੈ, ਕਿਤਨੇ ਤਵੱਸਬ ਹਨ। ਇਹਨਾਂ ਨੂੰ ਦੂਰ ਕਰਨ ਲਈ ਅਸੀਂ ਲੋਕ ਕਿਤਨੇ ਉਪਰਾਲੇ ਕਰਦੇ ਹਾਂ। ਕਿ ਹਾਲਾਂ ਵੀ ਸਾਡੇ ਦੇਸ਼ ਵਿੱਚ ਅਛੂਤਾਂ ਨਾਲ ਪਸ਼ੂਆਂ ਵਾਲਾ ਸਲੂਕ ਨਹੀਂ ਕੀਤਾ ਜਾਂਦਾ। ਹੋ ਸਕਦਾ ਹੈ ਹਿੰਦੂਆਂ ਦੇ ਤੁਰ ਜਾਣ ਨਾਲ ਪਾਕਿਸਤਾਨ ਦੇ ਮੁਸਲਮਾਨਾਂ ਨੇ ਸ਼ੁਕਰ ਕੀਤਾ ਹੋਵੇ। ਉਹਨਾਂ ਦੀ ਕੋਈ ਵੀ ਤਾਂ ਗੱਲ ਹਿੰਦੂਆਂ ਨੂੰ ਚੰਗੀ ਨਹੀਂ ਸੀ ਲੱਗਦੀ ਹੁੰਦੀ। ਹਰ ਵੇਲੇ ਹਿੰਦੂਆਂ ਦੀ ਨੁਕਤਾਚੀਨ ਨਿਗਾਹਾਂ ਉਹਨਾਂ ਨੂੰ ਸੱਲਦੀਆਂ ਰਹਿੰਦੀਆਂ ਸਨ, ਉਹਨਾਂ ਦੇ ਸਵੈਮਾਨ ਨੂੰ ਡੱਸਦੀਆਂ ਰਹਿੰਦੀਆਂ ਸਨ। ਪਰ ਦੂਜੇ ਪਾਸੇ ਇਹ ਵੀ ਤਾਂ ਮੰਨਣਾ ਹੀ ਪਏਗਾ ਕਿ ਹਿੰਦੁਸਤਾਨ ਦਾ ਵਿਧਾਨ ਨਿਆਂਕਾਰੀ ਹੈ, ਅਗਾਂਹ ਵਧੂ ਹੈ। ਉੱਥੇ ਕਾਨੂੰਨੀ ਤੌਰ 'ਤੇ ਤਾਂ ਇੱਕ ਫਿਰਕੇ ਨੂੰ ਪ੍ਰੋੜਤਾ ਮੁਵੱਸਰ ਨਹੀਂ, ਭਾਵੇਂ ਅੰਦਰ ਖਾਤੇ ਕਿਤਨੀਆਂ ਬੁਰਾਈਆਂ ਮੌਜੂਦ ਹਨ। ਉੱਥੇ ਕਦੇ ਨਾ ਕਦੇ ਅਗਿਆਨਤਾ ਦੂਰ ਹੋਣ ਦੀ, ਦਿਲਾਂ ਦੇ ਮੋਕਲੇ ਹੋਣ ਦੀ ਆਸ ਤਾਂ ਕੀਤੀ ਜਾ ਸਕਦੀ ਹੈ। ਪਰ ਪਾਕਿਸਤਾਨ ਦਾ ਵਿਧਾਨ ਹੀ ਜਦ ਰਾਤੀ ਲੋਹਾਰੀ ਦਰਵਾਜ਼ਿਓਂ ਫਲਾਹ ਦੀਆਂ ਦਾਤਨਾਂ ਖਰੀਦੀਆਂ ਸਨ, ਉਹਨਾਂ ਵੱਲ ਧਿਆਨ ਜਾਂਦਿਆਂ ਸ਼ੌਕ ਫਿਰ ਜਾਗ ਪਏ। ਵੇਖਾ ਤਾਂ ਸਹੀ ਪਿੰਡੀ ਦੀ ਫਲਾਹ ਨਾਲ ਟੱਕਰ ਖਾਂਦੀਆਂ ਨੇ ਕਿ ਨਹੀਂ। ਫਲੇਰਿਆਂ ਦੀਆਂ ਹੱਟੀਆਂ ਲਾਗੇ ਭੁੰਜੇ ਬੈਠੇ ਹੋਏ ਇੱਕ ਬੰਦੇ ਨੇ ਕਿਵੇਂ ਸਰੀਲੀ ਹਾਕ ਮਾਰੀ, ਓਏ ਭਲਵਾਨਾ, ਬਾਊ ਹੁਰਾਂ ਨੂੰ ਫਲਾਹ ਦੀ ਗੱਠੀ ਕੱਢ ਦੇ ਜਰਾ। ਅੰਗੀਠੀ ਤੋਂ ਦਾਤਨਾ ਚੁੱਕ ਕੇ ਗੁਸਲਖਾਨੇ ਵਿੱਚ ਚਲਾ ਗਿਆ। ਸ਼ੇਵ ਕੀਤੀ, ਨਹਾਤਾ ਧੋਤਾ ਤੇ ਫਿਰ ਕੈਮਰੇ ਮੋਢੇ ਉੱਤੇ ਸੁੱਟ ਕੇ ਨਿਕਲ ਪਿਆ ਬਾਹਰ। ਆਪਣੇ ਪੁਰਾਣੇ ਨਿਊ ਹੋਸਟਲ ਅੱਗੋਂ ਲੰਘਿਆ। ਰੁਕ ਜਾ ਥੋੜ੍ਹੀ ਦੇਰ, ਫੋਟੋ ਖਿੱਚ ਲਾਂ। ਨਹੀਂ ਮਤੇ ਕੋਈ ਵੇਖ ਕੇ ਖਾਮਖਾਹ ਸ਼ੱਕ ਕਰਨ ਲੱਗ ਪਏ। ਮੇਰਾ ਕੌਣ ਮੁਹਾਫਿਜ਼ ਹੈ ਇੱਥੇ? ਸੱਚ ਕਿਤਨਾ ਡਰਪੋਕ ਹਾਂ ਮੈਂ। ਇਹ ਤਾਂ ਮੇਰਾ ਆਪਣਾ ਹੋਸਟਲ ਹੈ। ਖੈਰ, ਹੋਸਟਲ ਵੀ ਤਾਂ ਹੁਣ ਮੇਰੇ ਵਾਂਗ ਥੱਕਿਆ ਤੇ ਪੁਰਾਣਾ ਹੋ ਗਿਆ ਹੈ। ਸਮੇਂ ਨੇ ਇਹਨੂੰ ਵੀ ਮੇਰੇ ਵਾਂਗ ਅਧਖੜ ਕਰ ਛੱਡਿਆ ਹੈ। ਅਫਸੋਸ ਦੀ ਥਾਂ ਤਸਕੀਨ ਹੋਈ ਵੇਖ ਕੇ। ਹੋਸਟਲ ਦੇ ਸਾਹਮਣੇ ਵਾਲਾ ਥਾਣਾ ਹਾਲਾ ਵੀ ਮੌਜੂਦ ਸੀ। ਇਹਦੇ ਹਾਤੇ ਵਿੱਚ ਥਕੇਵਾਂ ਲਾਹੁਣ ਲਈ ਕਿਸੇ ਰਾਤ ਸਿਪਾਹੀ ਆਪਣੇ ਪਿੰਡਾਂ ਦੇ ਮਾਹੀਏ ਤੇ ਢੋਲੇ ਸ਼ੋਅ ਦਿੰਦੇ, ਜੋ ਅਸਾਂ ਅੰਗਰੇਜ਼ੀ ਰਾਗ ਵਿਦਿਆ ਦੇ ਉਪਾਸ਼ਕ ਵਿਦਿਆਰਥੀਆਂ ਲਈ ਭੈਕੜਾ ਅੱਡਣ ਤੁਲ ਸੀ। ਅਸੀਂ ਚੀਕਾਂ ਮਾਰ ਕੇ ਉਹਨਾਂ ਨੂੰ ਛਟਾ ਪਾਖਦੇ, ਅਸੱਭਿਅਤਾ ਭਰੀਆਂ ਨਕਲਾਂ ਲਾ ਕੇ ਖਿਜਾਉਂਦੇ, ਹਰ ਮੁਮਕਿਨ ਢੰਗ ਨਾਲ ਉਹਨਾਂ ਦਾ ਮਜ਼ਾ ਖਰਾਬ ਕਰਕੇ ਖੁਸ਼ ਹੁੰਦੇ। ਥਾਣੇ ਲਾਗਿਓਂ ਟ੍ਰੇਨਿੰਗ ਕਾਲਜ ਵੱਲ ਜਾਂਦੀ ਗਲੀ ਵਿੱਚੋਂ ਲੰਘ ਕੇ ਆਪਣੀ ਭੂਆ ਦੇ ਘਰ ਜਾਂਦਾ ਹੁੰਦਾ ਸਾਂ। ਅੱਜ ਵੀ ਲੰਘਿਆ ਉੱਧਰੋਂ, ਪਰ ਸਹਿਮ ਕੇ, ਮਤੇ ਕਿਤੇ ਮੇਰੀ ਚਾਲ ਢਾਲ ਵਿੱਚ ਹਿੰਦੂਆਂ ਵਾਲੀ ਵਿਸ਼ੇਸ਼ਤਾ ਨਾ ਪ੍ਰਗਟ ਹੋ ਜਾਏ। ਪਰ ਗਲੀ ਦੀ ਗਰੀਬੜੀ ਜਿਹੀ ਵੱਸੋਂ ਨੂੰ
ਜਿਹੜੀ ਸਿਰਾਂ ਤੇ ਬਿਨਾਂ ਬੁਲਾਏ ਆਣ ਖਲੋਤੀ ਸਵੇਰ ਦੇ ਸਵਾਗਤ ਵਿੱਚ ਡਰੇ ਹੋਏ ਘੁੱਗੇ ਵਾਂਗ ਹੌਲੇ-ਹੌਲੇ ਸਿੰਘ ਬਾਹਰ ਕੱਢ ਰਹੀ ਸੀ, ਮੇਰੇ ਵੱਲ ਅੱਖ ਚੁੱਕ ਕੇ ਵੇਖਣ ਦੀ ਵੀ ਫੁਰਸਤ ਨਹੀਂ ਸੀ। ਮੋੜ ਤੇ ਹਲਵਾਈ ਦੀ ਦੁਕਾਨ, ਜਿੱਥੇ ਸੋਡਾ ਵਾਟਰ, ਸਿਗਰਟ, ਪਾਨ ਅਤੇ ਅਖਬਾਰ ਆਦਿ ਵਿਕਿਆ ਕਰਦੇ ਸਨ, ਉਸੇ ਦੀ ਉਸੇ ਤਰ੍ਹਾਂ ਮੌਜੂਦ ਸੀ। ਜਿਸ ਪਟੜੇ ਤੋਂ ਹਿੰਦੂ ਹਲਵਾਈ ਉੱਠ ਕੇ ਚਲਾ ਗਿਆ, ਮੁਸਲਮਾਨ ਹਲਵਾਈ ਉੱਥੇ ਆ ਕੇ ਬਹਿ ਗਿਆ। ਬਸ ਇਤਨਾ ਹੀ ਫਰਕ ਸੀ। ਇਹ ਸ਼ਾਇਦ ਉੱਧਰੋਂ ਕਿਸੇ ਪਟੜੇ ਤੋਂ ਉੱਠ ਕੇ ਆ ਗਿਆ ਹੋਣਾ। ਮੁਸਲਮਾਨ ਨੂੰ ਹਲਵਾਈ ਦੇ ਰੂਪ ਵਿੱਚ ਵੇਖਣਾ ਅਜੀਬ ਲੱਗਦਾ ਸੀ। ਪਾਰਸੀ ਇਬਾਦਤਖਾਨੇ ਦੇ ਸਾਹਮਣੇ ਮੇਰੀ ਭੂਆ ਦਾ ਘਰ ਵੀ ਉਸੇ ਦਾ ਉਸੇ ਤਰ੍ਹਾਂ ਖੜਾ ਸੀ। ਉਸ ਦਾ ਮੂੰਹ ਮੱਥਾ ਮੈਨੂੰ ਖਾਮੋਸ਼ੀ ਨਾਲ ਪਛਾਣਨ ਤੇ ਆਪਣੀ ਪਰਵਸਤਾ ਜਤਾਉਣ ਲੱਗ ਪਿਆ। ਫੋਟੋ ਖਿੱਚ ਕੇ ਉਹਦੇ ਜਜ਼ਬਿਆਂ ਦਾ ਅਨਾਦਰ ਕਰਨਾ ਮੈਨੂੰ ਮੁਨਾਸਬ ਨਾ ਦਿਸਿਆ। ਉਸ ਤੋਂ ਅੱਗੇ ਪ੍ਰੋਫੈਸਰ ਰੁਚੀ ਰਾਮ ਹੋਰਾਂ ਦੀ ਕੋਠੀ ਵੇਖੀ। ਉੱਥੇ ਮੇਰੀ ਨਿੱਕੀ ਭੂਆ ਰਹਿੰਦੀ ਹੁੰਦੀ ਸੀ। ਅੱਜ ਕੱਲ੍ਹ ਉਹ ਦੇਹਰਾਦੂਨ ਵਿੱਚ ਹੈ। ਅੱਜ ਉਸ ਦੀ ਕੋਠੀ ਤਾਂ ਵੇਖ ਲਈ, ਪਰ ਵੰਡ ਤੋਂ ਬਾਅਦ ਉਹਨੂੰ ਮਿਲਣ ਦਾ ਅਵਸਰ ਹਾਲਾਂ ਤੀਕ ਨਸੀਬ ਨਹੀਂ ਹੋਇਆ। ਇਹਨਾਂ ਕੋਠੀਆਂ ਕੋਲੋਂ ਇੱਕ ਗਲੀ ਮਵੇਸ਼ੀ ਹਸਪਤਾਲ ਵੱਲ ਸੜਕ ਨੂੰ ਜਾਂਦੀ ਹੈ। ਇਸ ਗਲੀ ਵਿੱਚ ਮੇਰੇ ਸੰਸਕ੍ਰਿਤ ਦੇ ਪ੍ਰੋਫੈਸਰ ਗੁਲਬਹਾਰ ਸਿੰਘ ਜੀ ਦਾ ਘਰ ਸੀ, ਜੋ ਹੁਣ ਸੁਰਗਵਾਸ ਹੋ ਚੁੱਕੇ ਹਨ। ਬੜਾ ਪਿਆਰ ਕਰਦੇ ਸਨ ਉਹ ਮੈਨੂੰ। ਮਵੇਸ਼ੀ ਹਸਪਤਾਲ ਵਾਲੀ ਸੜਕ ਤੇ ਪੁੱਜ ਕੇ ਆਪਣੇ ਅੰਗਰੇਜ਼ੀ ਦੇ ਹਰਮਨ ਪਿਆਰੇ ਪ੍ਰੋਫੈਸਰ ਮਦਨ ਗੋਪਾਲ ਸਿੰਘ ਦੀ ਕੋਠੀ ਵੇਖੀ, ਜਿਹਦੀ ਮਮਟੀ ਤੇ ਓਮ ਉਸੇ ਦਾ ਉਸੇ ਤਰ੍ਹਾਂ ਉਕਰਿਆ ਹੋਇਆ ਸੀ। ਉਹ ਆਪ ਵੰਡ ਦੇ ਫਸਾਦਾਂ ਵਿੱਚ ਮਾਰੇ ਗਏ ਸਨ। ਇਹ ਪਰਿਕਰਮਾ ਸੰਪੂਰਨ ਕਰਕੇ ਫਿਰ ਵਾਪਸ ਕਚਹਿਰੀ ਰੋਡ ਤੇ ਆ ਗਿਆ। DAV ਕਾਲਜ ਦੇ ਫਾਟਕ ਉੱਪਰ ਹੁਣ ਇਸਲਾਮੀਆ ਕਾਲਜ ਦਾ ਬੋਰਡ ਲੱਗਾ ਹੋਇਆ ਹੈ, ਪਰ ਇਮਾਰਤ ਦੀ ਮਹਿਰਾਬ ਉੱਪਰ ਨਾਗਰੀ ਵਿੱਚ ਦਇਆਨੰਦ ਐਂਗਲੋ ਵੈਦਿਕ ਕਾਲਜ ਉਸੇ ਦਾ ਉਸੇ ਤਰ੍ਹਾਂ ਲਿਖਿਆ ਹੋਇਆ ਹੈ। DAV ਕਾਲਜ ਦੇ ਹੋਸਟਲ ਅੱਗੋਂ ਗੋਲਬਾਗ ਵੱਲ ਲੰਘ ਕੇ ਫਿਰ ਸਾਦਾ ਰੋਡ ਵੱਲ ਟੁਰ ਪਿਆ। ਰਾਹ ਵਿੱਚ ਥਾਂ-ਥਾਂ ਤੇ ਸਨਸਨੀਖੇਜ਼ ਸੁਰਖੀ ਵਾਲਾ ਇੱਕ ਇਸ਼ਤਿਹਾਰ ਲੱਗਿਆ ਹੋਇਆ ਸੀ। क्या आप चाहते हैं कि हिंदुस्तानी हमारी बहू बेटियों को उठा कर ले जाए? हो सकता है ਕਿਸੇ ਸਿਆਸੀ ਪਾਰਟੀ ਦੀ ਵੰਗਾਰ ਹੋਵੇ, ਜਾਂ ਭਾਵੇਂ ਅੰਮ੍ਰਿਤਸਰ ਵਾਂਗ ਇੱਥੋਂ ਦੇ ਕਿਸੇ ਹਕੀਮ ਨੇ ਵੀ ਐਨਕ ਤੋੜ ਕਿਸਮ ਦਾ ਸੁਰਮਾ ਤਿਆਰ ਕੀਤਾ ਹੋਵੇ। ਠੀਕ ਗੱਲ ਹੈ, ਜੇ ਬਿਨਾਈ ਚੰਗੀ ਹੋਵੇਗੀ ਤਾਂ ਬਹੂ ਬੇਟੀਆਂ ਦੀ ਰਖਵਾਲੀ ਚੰਗੀ ਤਰ੍ਹਾਂ ਹੋ ਸਕੇਗੀ ਤੇ ਉਹ ਹਿੰਦੁਸਤਾਨੀਆਂ ਹੱਥੋਂ ਉਡਾਲੇ ਜਾਣ ਦੇ ਖਤਰੇ ਤੋਂ ਬਚ ਜਾਣਗੀਆਂ। ਵਰਤਮਾਨ ਯੁੱਗ ਦੇ ਸੱਭਿਆਚਾਰ ਵਿੱਚ ਹਰ ਚੀਜ਼ ਇਸ਼ਤਿਹਾਰੀ ਹੁੰਦੀ ਜਾ ਰਹੀ ਹੈ। ਬਹਰਹਾਲ ਇਸ਼ਤਿਹਾਰ ਨੂੰ ਪੜ੍ਹਨ ਦੀ ਮੈਨੂੰ ਕੋਈ ਉਤਸੁਕਤਾ ਨਾ ਹੋਈ। ਅੱਗੋਂ ਇੱਕ ਪਾਗਲ ਆਦਮੀ ਆਉਂਦਾ ਦਿਸਿਆ, ਜਿਹੜਾ ਲੀਡਰ ਅੰਦਾਜ਼ ਨਾਲ ਸਿਰ ਹਿਲਾ ਕੇ ਸ਼ਰਹ ਅਤੇ ਹਦੀਸ ਦੇ ਨੁਕਤੇ ਬਿਆਨ ਕਰ ਰਿਹਾ ਸੀ। ਯੂਨੀਵਰਸਿਟੀ ਵਾਲੇ ਗਰਾਊਂਡ ਮੋੜ ਤੇ ਚਾਹ ਪਾਣੀ ਦੀ ਇੱਕ ਨਿੱਕੀ ਜਿਹੀ ਦੁਕਾਨ ਦਿਸੀ। ਮਲੇਸ਼ੀਆ ਦੀ ਸਲਵਾਰ ਕਮੀਜ਼ ਪਾਈ ਇੱਕ ਮੁਸ਼ਫੁੱਟ ਮੁੰਡਾ ਮੇਜ਼ ਕੁਰਸੀਆਂ ਪੂੰਝ ਰਿਹਾ ਸੀ। ਮੈਂ ਕੋਲ ਜਾ ਕੇ ਕਿਹਾ, ਕਿਉਂ ਬਈ, ਇੱਕ ਚਾਹ ਦੀ ਪਿਆਲੀ ਮਿਲੇਗੀ? ਜਵਾਬ ਵਿੱਚ ਉਹ ਹੱਸਣ ਲੱਗ ਪਿਆ, ਜਿਵੇਂ ਮੈਂ ਉਹਨੂੰ ਕੁੱਤ-ਕਤਾਰੀ ਕਰ ਦਿੱਤੀ ਹੋਵੇ। ਇਸ ਵਿੱਚ ਹੱਸਣ ਦੀ ਕੀ ਗੱਲ ਹੈ? ਮੈਂ ਹੈਰਾਨ ਹੋ ਕੇ ਪੁੱਛਿਆ। ਉਸ ਲਈ ਹਾਸਾ ਰੁਕਣਾ ਹੀ ਮੁਸ਼ਕਲ ਹੋ ਗਿਆ। ਬਦਸਤੂਰ ਕੁਰਸੀਆਂ ਸਾਫ਼ ਕਰਦਾ ਕਰਦਾ ਅਖੀਰ ਬੋਲਿਆ, ਹਾਲੇ ਦੁੱਧ ਨਹੀਂ ਆਇਆ। ਉਹਦਾ ਗੋਰਾ ਰੂੰ ਚਿਹਰਾ ਲਾਲ ਸੁਰਖ ਹੁੰਦਾ ਜਾ ਰਿਹਾ ਸੀ। ਉਸ ਦੀ ਮੂਰਖਤਾ ਉੱਪਰ ਹੈਰਾਨ ਹੁੰਦਾ ਮੈਂ ਅੱਗੇ ਟੁਰ ਪਿਆ। ਕੰਬਖਤ ਹੱਸਿਆ ਕਿਸ ਗੱਲ ਤੇ ਸੀ? ਬਹੁਤ ਸੋਚਣ ਬਾਅਦ ਇੱਕੋ ਕਾਰਨ ਸਮਝ ਆਇਆ, ਉਹ ਜ਼ਰੂਰ ਮੇਰੀ 25 ਸਾਲਾਂ ਤੋਂ ਪਰਦੇਸਾਂ ਵਿੱਚ ਭਟਕਦੀ ਜੰਗ ਲੱਗੀ ਪੰਜਾਬੀ ਬੋਲਚਾਲ ਤੇ ਹੱਸਿਆ ਹੋਣਾ। ਮੈਂ ਗਾਹਕਾਂ ਵਾਂਗ ਨਹੀਂ, ਸ਼ਾਇਦ ਫਕੀਰਾਂ ਵਾਂਗ ਚਾਹ ਦੀ ਮੰਗ ਪੇਸ਼ ਕੀਤੀ ਸੀ। ਸੜਕ ਦੇ ਦੂਜੇ ਬੰਨੇ ਇੱਕ ਚਾਹ ਵਾਲਾ ਪੁੰਜੇ ਦੁਕਾਨ ਲਾ ਕੇ ਬੈਠਾ ਹੋਇਆ ਸੀ। ਉਹਦੇ ਆਲੇ ਦੁਆਲੇ ਗਰੀਬੜੇ ਗਾਹਕਾਂ ਦੀ ਕਚਹਿਰੀ ਲੱਗੀ ਹੋਈ ਸੀ। ਮੈਨੂੰ ਇੱਥੇ ਕਿਸ ਨੇ ਪਛਾਣਨਾ ਸੀ? ਮੈਂ ਹਿੰਮਤ ਕਰਕੇ ਕੋਲ ਜਾ ਖਲੋਤਾ ਤੇ ਐਤਕੀ ਜ਼ਰਾ ਰੋਬ ਤੇ ਮੁਹਾਵਰੇ ਨਾਲ ਫਰਮਾਇਸ਼ ਕੀਤੀ, ਭਲਵਾਨ ਜੀ, ਇੱਕ ਚਾਹ ਦਾ ਪਿਆਲਾ ਸਾਨੂੰ ਵੀ ਬਣਾ ਕੇ ਦੇ ਜਰਾ। ਪਰ ਨਿਸ਼ਾਨਾ ਫੇਰ ਖਤਾ ਹੋ ਗਿਆ। ਇਹ ਯੂਪੀ ਵਾਲੇ ਪਾਸੇ ਦਾ ਬੰਦਾ ਨਿਕਲ ਆਇਆ। ਹਜ਼ੂਰ ਨਮਕੀਨ ਹੈ, ਉਹ ਬੜੀ ਨਿਮਰਤਾ ਨਾਲ ਬੋਲਿਆ। ਕੋਈ ਬਾਤ ਨਹੀਂ, ਨਮਕੀਨ ਹੀ ਪੀ ਲੇਂਗੇ। ਹਿੰਦੀ ਬੋਲਦਿਆਂ ਮੈਂ ਆਰਜ਼ੀ ਜਿਹਾ ਸੁਖਲ ਮਹਿਸੂਸ ਕੀਤਾ।
ਚਾਹ ਇੱਕਦਮ ਬੇਸਵਾਦੀ ਸੀ ਤੇ ਪਿਆਲੇ ਗੰਦੇ, ਪਰ ਅਨੋਖੇ ਅਨੁਭਵ ਦਾ ਕੁਝ ਨਾ ਕੁਝ ਲੁਤਫ ਵੀ ਜ਼ਰੂਰ ਹੁੰਦਾ ਹੈ। ਗਾਹਕਾਂ ਦੀ ਜੁੰਡਲੀ ਵਿੱਚੋਂ ਇੱਕ ਆਦਮੀ ਨੇ, ਜੋ ਬਿਹਾਰ ਵਾਲੇ ਪਾਸੇ ਦਾ ਜਾਪਦਾ ਸੀ, ਮੇਰੇ ਆਗਮਨ ਕਾਰਨ ਰੁਕੀ ਗੱਲਬਾਤ ਦਾ ਸਿਲਸਿਲਾ ਫਿਰ ਚਾਲੂ ਕੀਤਾ। अजी साहब, जो मर्द अकेला कम से कम 100 औरतों पर हावी न हो सके, भला वो मर्द काहे का। हमारे इलाके में एक खानजादे थे, 60 साल की उम्र में 12 साल की लड़की से नकाब पढ़वा लिया। खुदा झूठ न बुलवाए, पहली बीवियों से लड़के लड़कियों की और दोहते पोतों की तादाद सैकड़ों तक पहुंचती थी, फिर भी चट्टान की तरह अपनी जगह कायम थे। छोकरी को 2-3 वर्ष खूब खिलाया पिलाया, जवान किया, फिर क्या, हर साल बच्चा जनती थी। एक हकीम साहब उनको रोज़ाना एक चावल के दाने के बराबर गोली खाने को दिया करते थे, पर शर्त यह थी कि साथ में खुराक हो। भाई क्या किया खाते थे वो, क्या ना खाते थे। अजी अगर खुराक तकड़ी ना हो तो सभी अंगों में जहर फैल जाए दवाई का, इतनी तेज थी कम वक्त। 50 वर्ष से कम उम्र का आदमी तो उसे खा नहीं सकता, वही खत्म हो जाए। इस आदमी ਦੇ ਅੰਦਾਜ਼ ਵਿੱਚ ਬੜੀ ਜਾਨੀ ਜਾਣਤਾ ਸੀ। ਇੰਜ ਜਾਪਦਾ ਸੀ ਜਿਵੇਂ ਕਾਫੀ ਚਿਰ ਤੋਂ ਸਰੋਤਿਆਂ ਦੀ ਕਾਮ ਵਾਸ਼ਨਾ ਨੂੰ ਉਭਾਰ ਰਿਹਾ ਹੈ। ਪਰ ਉਹਦੀਆਂ ਗੱਲਾਂ ਦਾ ਪ੍ਰਤੀਕਰਮ ਜੁੰਡਲੀ ਤੋਂ ਰਤਾ ਕੋ ਅਲੱਗ ਹੋ ਕੇ ਬੈਠੇ, ਹੁੱਕਾਂ ਪੀਂਦੇ, ਇੱਕ ਕਾਮੇ ਜਿਹੇ ਤੇ ਕੁਝ ਹੋਰ ਤਰ੍ਹਾਂ ਦਾ ਹੋਇਆ। ਉਹ ਅੱਧ ਵਿਚਾਲੇ ਰੋਸ ਭਰੇ ਅੰਦਾਜ਼ ਨਾਲ ਆਪਣੀ ਦਾਤਰੀ ਤੇ ਪੱਠਿਆਂ ਦੀ ਗੰਢ ਚੁੱਕ ਕੇ ਉੱਠ ਖਲੋਤਾ ਤੇ ਇਹ ਕਹਿ ਕੇ ਟੁਰਦਾ ਬਣਿਆ, ਆਹੋ ਮੀਆਂ, ਸਭ ਦੌਲਤਾਂ ਦੀਆਂ ਬਰਕਤਾਂ ਨੇ। ਜੁੰਡਲੀ ਉੱਪਰ ਉਸ ਦੀ ਗੱਲ ਦਾ ਕਾਫੀ ਅਸਰ ਪਿਆ ਤੇ ਖਾਮੋਸ਼ੀ ਛਾ ਗਈ। ਫਿਰ ਇੱਕ ਲੰਮੇ ਝਾਟੇ ਤੇ ਦਾੜੀ ਵਾਲੇ ਮਲੰਗ ਨੇ ਉੱਚੀ ਉੱਚੀ ਉਰਦੂ ਦੇ ਸ਼ੇਰ ਪੜ੍ਹਨੇ ਸ਼ੁਰੂ ਕਰ ਦਿੱਤੇ। ਯੂਨੀਵਰਸਿਟੀ ਗਰਾਊਂਡ ਦੇ ਨਾਲ ਨਾਲ ਟੁਰਦਾ, ਦਰਖਤਾਂ ਦੀ ਜਾਨੀ ਪਛਾਨੀ ਛਾਂ ਦਾ ਸੁੱਖ ਮਾਣਦਾ ਚਬੁਰਜੀ ਉੱਪੜ ਗਿਆ। ਅੱਗੋਂ ਜੱਟਾਂ ਦੀ ਇੱਕ ਝੂਮਦੀ ਝਾਮਦੀ ਟੋਲੀ ਆ ਰਹੀ ਸੀ। ਉਹਨਾਂ ਨਾਲ ਘੜੀ ਗੱਲਬਾਤ ਕਰਨ ਦਾ ਲਾਲਚ ਮੈਂ ਵਰਜ ਨਾ ਸਕਿਆ। ਪਿੰਡ ਨਾਥਨ ਬਾਬਿਆਂ ਵਾਲੇ ਦੇ ਵਸਨੀਕ ਸਨ। ਉਹ ਸ਼ਹਿਰ ਵੱਲ ਖਰੀਦੋ ਫਰੋਖਤ ਕਰਨ ਜਾ ਰਹੇ ਸਨ। ਮੈਂ ਉਹਨਾਂ ਨੂੰ ਰੋਕ ਆਪਣਾ ਪਰਿਚੈ ਦਿੱਤਾ ਤੇ ਫੋਟੋ ਖਿੱਚਣ ਦੀ ਇਜਾਜ਼ਤ ਮੰਗੀ। ਉਹਨਾਂ ਨੂੰ ਅਚੰਭਾ ਮੇਰੇ ਭਾਰਤੀ ਜਾਂ ਹਿੰਦੂ ਹੋਣ ਉੱਪਰ ਇਤਨਾ ਨਹੀਂ ਸੀ, ਜਿਤਨਾ ਇਸ ਗੱਲ ਤੇ ਕਿ ਇੱਕ ਪਤਲੂਨ ਵਾਲਾ ਬਾਊ ਪੇਂਡੂਆਂ ਨਾਲ ਦੋਸਤੀ ਲਾਉਣ ਦੀ ਤਕਲੀਫ ਕਰ ਰਿਹਾ ਹੈ। ਬੰਬਈ ਸ਼ਹਿਰ ਬਾਰੇ ਤੇ ਹਿੰਦੀ ਫਿਲਮਾਂ ਬਾਰੇ ਉਹਨਾਂ ਮੇਰੇ ਕੋਲੋਂ ਇੱਕੋ ਸਾਹ ਕਿਤਨੇ ਹੀ ਸਵਾਲ ਪੁੱਛ ਛੱਡੇ ਤੇ ਫਿਰ ਫੋਟੋ ਖਿਚਵਾਉਣਾ ਹੀ ਪ੍ਰਵਾਨ ਕਰ ਲਿਆ। ਬੜੀ ਸਵਾਦਲੀ ਮਿਲਣੀ ਸੀ ਉਹ। ਕੈਨੇਰਿਡ ਕਾਲਜ ਦੇ ਨੇੜੇ ਇੱਕ ਕੋਠੀ ਵਿੱਚ ਕਦੇ ਮੈਂ ਪੂਰਾ ਸਾਲ ਤੰਬੂ ਲਾ ਕੇ ਰਿਹਾ ਸਾਂ, ਨਿਊ ਹੋਸਟਲ ਵਿੱਚੋਂ ਧੱਕਿਆ ਜਾਣ ਕਰਕੇ। ਧੱਕੇ ਜਾਣ ਦੇ ਕਾਰਨਾਂ ਵਿੱਚੋਂ ਇੱਕ ਇਹ ਸੀ, ਡਾਰਮਿਟਰੀਆਂ ਵਿੱਚ ਟੈਨਿਸ ਖੇਡਣਾ ਤੇ ਸ਼ੀਸ਼ੇ ਭੰਨਣਾ। ਕੋਠੀ ਮੇਰੇ ਇੱਕ ਪਿਆਰੇ ਜਮਾਤੀ ਦੀ ਸੀ। ਉਸ ਦੇ ਪਿਤਾ ਬੜੇ ਉਦਾਰ ਤੇ ਬਾਰਸੂਖ ਆਦਮੀ ਸਨ। ਕੋਠੀ ਦੀ ਬੜੀ ਜ਼ਮੀਨ ਸੀ। ਉਸ ਦੀ ਇੱਕ ਨੁੱਕਰੇ ਤੰਬੂ ਲਾਉਣ ਦੀ ਇਜਾਜ਼ਤ ਆਸਾਨੀ ਨਾਲ ਮਿਲ ਗਈ, ਪਰ ਸੌਦਾ ਮੇਰੇ ਮਿੱਤਰ ਦੇ ਪਿਤਾ ਨੂੰ ਮਹਿੰਗਾ ਪਿਆ। ਜਦੋਂ ਵੀ ਉਹ ਘਰ ਵਿੱਚ ਕੋਈ ਵੱਡੀ ਪਾਰਟੀ ਕਰਦੇ, ਤੰਬੂ ਵਿੱਚ ਕਾਲਜ ਦੇ ਮੁੰਡਿਆਂ ਦੀ ਪਾਰਟੀ ਮੁਫਤੀ ਹੋ ਜਾਇਆ ਕਰਦੀ। ਕੋਠੀ ਦੇ ਫਾਟਕ ਕੋਲ ਖਲੋ ਮੈਂ ਖਾਲੀ ਪਈ ਥਾਂ ਨੂੰ ਵੇਖ ਕੇ ਉਹਨਾਂ ਰੰਗੀਲੇ ਦਿਨਾਂ ਨੂੰ ਯਾਦ ਕਰਨ ਲੱਗ ਪਿਆ। ਕਦੇ ਛੁੱਟੀ ਵਾਲੇ ਦਿਨ ਕੋਠੀ ਦੇ ਹਾਤੇ ਵਿੱਚ ਕ੍ਰਿਕਟ ਵੀ ਲੱਗਦੀ ਸੀ। ਬੈਟਸਮੈਨ ਦਾ ਜਿਹੜਾ ਟੁੱਲਾ ਗੇਂਦ ਨੂੰ ਉਛਾਲ ਕੇ ਮੇਰੇ ਤੰਬੂ ਉੱਤੇ ਲਿਆ ਸੁੱਟੇ, ਛੱਕਾ ਗਿਣਿਆ ਜਾਂਦਾ ਸੀ ਤੇ ਹਰ ਛੱਕੇ ਪਿੱਛੋਂ ਕੱਟੇ ਦੀ ਇੱਕ ਮੋਟੀ ਜਿਹੀ ਤਹਿ ਤੰਬੂ ਦੇ ਅੰਦਰ ਪਏ ਸਮਾਨ ਉੱਪਰ ਜੰਮ ਜਾਂਦੀ ਸੀ। ਪਰ ਨਾਰਾਜ਼ ਹੋਣ ਦੀ ਥਾਂ ਮੈਂ ਆਪ ਇਹਨੂੰ ਖੇਡ ਦਾ ਇੱਕ ਕਰਾਮਾਤੀ ਅੰਗ ਸਮਝਦਾ ਸਾਂ। ਕੋਠੀ ਦੇ ਦੋਵੇਂ ਫਾਟਕ ਦਿਨੇ ਰਾਤੀ ਖੁੱਲ੍ਹਦੇ ਰਹਿੰਦੇ ਸਨ ਤੇ ਮੇਰਾ ਤੰਬੂ ਇੱਕ ਦੇ ਬਿਲਕੁਲ ਨੇੜੇ ਸੀ। ਇਸੇ ਕਾਰਨ ਮਨ ਦੀ ਕਿਸੇ ਹੇਠਲੀ ਤਹਿ ਵਿੱਚ ਚੋਰ ਚਕਾਰ ਦਾ ਖਤਰਾ ਬਣਿਆ ਰਹਿੰਦਾ ਸੀ। ਇੱਕ ਰਾਤ ਟਾਮਸ ਹਾਰਡੀ ਦਾ ਦੁਖਾਂਤਕ ਨਾਵਲ ਟੈਸ ਪੜ੍ਹਦਾ ਦੇਰ ਨਾਲ ਸੁੱਤਾ। ਨੀਂਦਰ ਵੀ ਚੰਦਰੀ ਜਿਹੀ ਆਈ। ਘੜੀ ਮੁੜੀ ਕਸੱਪਣ ਆਉਂਦੇ ਤੇ ਅੱਖ ਖੁੱਲ੍ਹ ਜਾਂਦੀ। ਇੱਕ ਵਾਰੀ ਜਾਗੋ ਮਿੱਟੀ ਦੇ ਹਾਲਤ ਵਿੱਚ ਇੰਜ ਦਿਸਿਆ ਜਿਵੇਂ ਤੰਬੂ ਵਿੱਚ ਚੋਰ ਵੜ ਆਇਆ ਹੈ ਅਤੇ ਛੇਤੀ ਨਾਲ ਇੱਧਰ ਉੱਧਰ ਕੋਈ ਚੀਜ਼ ਢੂੰਡ ਰਿਹਾ ਹੈ। ਪਹਿਲਾਂ ਤਾਂ ਮੈਂ ਡਰ ਨਾਲ ਸਹਿਮ ਗਿਆ,
ਫਿਰ ਅੱਬੜਵਾਹੇ ਅੰਗਰੇਜ਼ਾਂ ਵਾਲੀ ਆਵਾਜ਼ ਬਣਾ ਕੇ ਚੀਕਣਾ ਸ਼ੁਰੂ ਕਰ ਦਿੱਤਾ। ਕੌਣ ਹੈ? ਯੂ ਬਲੱਡੀ ਡੈਮ ਫੂਲ, ਕਾਲਾ ਆਦਮੀ, ਚਲੋ ਜਾਓ ਇੱਕਦਮ, ਨਹੀਂ ਤਾਂ ਗੋਲੀ ਮਾਰ ਦੂੰਗਾ। ਪਰ ਇਸ ਧੌਂਸ ਦਾ ਕੋਈ ਅਸਰ ਨਾ ਹੋਇਆ। ਚੋਰ ਉਸੇ ਤਰ੍ਹਾਂ ਨਿਧੜਕ ਹੋ ਕੇ ਟੁਰ ਫਿਰ ਰਿਹਾ ਸੀ। ਹੁਣ ਮੈਥੋਂ ਇੱਕ ਵੱਡੀ ਗਲਤੀ ਹੋ ਗਈ। ਮੈਂ ਮੱਛਰਦਾਨੀ ਦੇ ਅੰਦਰ ਬਾਹਰ ਲੱਗੇ ਬਿਜਲੀ ਦੇ ਲੰਪ ਦਾ ਬਟਨ ਦਬਾ ਦਿੱਤਾ, ਜਿਸ ਕਾਰਨ ਬਾਹਰ ਦਾ ਕੁਝ ਦਿਸਣ ਦੀ ਥਾਂ ਕੇਵਲ ਮੱਛਰਦਾਨੀ ਦੇ ਅੰਦਰ ਬਾਹਰ ਜਗਮਗ ਹੋ ਗਈ। ਹੁਣ ਤਾਂ ਮੈਨੂੰ ਆਪਣੀ ਜਾਨ ਬਚਾਉਣ ਦੀ ਪੈ ਗਈ। ਝੱਟ ਬੱਤੀ ਬੁਝਾ ਕੇ ਤੰਬੂ ਦੀ ਕੰਧ ਵਾਲੇ ਪਾਸਿਓਂ ਖਿਸਕ ਕੇ ਮੰਜੇ ਦੇ ਹੇਠਾਂ ਲੁਕਣ ਦੀ ਕੀਤੀ। ਨੰਗ ਧੜੰਗ ਸਾਂ, ਫਰਸ਼ 'ਤੇ ਪਿਆ ਆਖਰਾਂ ਦੀ ਸਰਦੀ ਵਿੱਚ ਖੌਰੇ ਕਿਤਨੀ ਦੇਰ ਠਰਦਾ ਰਿਹਾ, ਪਰ ਦੁਸ਼ਮਣ ਦਾ ਹਮਲਾ ਕੋਈ ਨਾ ਹੋਇਆ ਤੇ ਹੌਲੀ ਹੌਲੀ ਮੇਰੀ ਹੋਸ਼ ਵੀ ਟਿਕਾਣੇ ਆ ਗਈ। ਮਾਲੂਮ ਹੋਇਆ ਕਿ ਬਾਹਰ ਸੜਕ ਉੱਤੇ ਲੱਗੇ ਬਿਜਲੀ ਦੇ ਖੰਭੇ ਦੀ ਰੋਸ਼ਨੀ ਤੰਬੂ ਦੇ ਦਰਵਾਜ਼ਿਆਂ ਉੱਪਰ ਲਟਕਦੀਆਂ ਤੇ ਹਵਾ ਨਾਲ ਹਿਲਦੀਆਂ ਚਿਕਾਂ ਵਿੱਚੋਂ ਛਣ ਕੇ ਦੋ ਲੱਤਾਂ ਦੇ ਟੁਰਨ ਦਾ ਵਹਿਮ ਪੈਦਾ ਕਰ ਰਹੀ ਸੀ। ਇਤਨੀ ਦੇਰ ਵਿੱਚ ਮੇਰਾ ਹਾਲ ਪਹਰਿਆ ਸੁਣ ਕੇ ਘਰ ਦੇ ਬੰਦੇ ਨੱਠ ਕੇ ਆ ਗਏ ਤੇ ਮੈਨੂੰ ਬੜਾ ਹੀ ਸ਼ਰਮਸਾਰ ਹੋਣਾ ਪਿਆ। ਅੱਜ ਉਸ ਘਟਨਾ ਨੂੰ ਯਾਦ ਕਰਕੇ ਫਿਰ ਸ਼ਰਮਸਾਰ ਹੋ ਰਿਹਾ ਸਾਂ। ਆਪਣੇ ਕਿਸੇ ਹਮਵਤਨ ਨੂੰ ਡਰਾਉਣ ਲਈ, ਭਾਵੇਂ ਉਹ ਚੋਰ ਵੀ ਹੋਵੇ, ਫਰੰਗੀਆਂ ਵਾਂਗ ਭੌਂਕਣਾ ਕਿਤਨੀ ਘਿਨਾਉਣੀ ਮਨੋਬਿਰਤੀ ਦਾ ਸੂਚਕ ਸੀ। ਚੌਂਕ ਉੱਤੇ ਪੁੱਜ ਕੇ ਸਮਝ ਨਾ ਆਇਆ ਕਿ ਹੁਣ ਅੱਗੋਂ ਕੀ ਕਰਾਂ। ਵਕਤ ਟਪਾਉਣ ਲਈ ਵਿਦੇਸ਼ੀ ਸੈਲਾਨੀਆਂ ਵਾਂਗ ਚਬੁਰਜੀ ਨੂੰ ਅੰਦਰੋਂ ਬਾਹਰੋਂ ਬੜੇ ਗੌਰ ਨਾਲ ਵੇਖਣ ਲੱਗ ਪਿਆ। ਹਾਲਾਂਕਿ ਵੇਖਣ ਵਾਲੀ ਕੋਈ ਖਾਸ ਚੀਜ਼ ਉੱਥੇ ਨਹੀਂ ਸੀ। ਫਿਰ ਇੱਕ ਟਾਂਗੇ ਵਾਲੇ ਨੂੰ ਮਜ਼ੰਗ ਪੁਕਾਰਦਿਆਂ ਸੁਣ ਕੇ ਉਹਦੇ ਟਾਂਗੇ ਤੇ ਜਾ ਚੜ੍ਹਿਆ। ਧੁੱਪਾਂ ਜ਼ੋਰ ਦੀਆਂ ਚੜ੍ਹ ਆਈਆਂ ਸਨ। ਆਵਾਜਾਈ ਚੋਖੀ ਵੱਧ ਗਈ ਸੀ। ਇੱਕ ਬੱਸ ਸਟਾਪ ਉੱਤੇ ਕਾਲੇ ਬੁਰਕੇ ਪਾਈ ਖਲੋਤੀਆਂ ਕਾਲਜੀਏਟ ਕੁੜੀਆਂ ਦਾ ਪੰਛੀਆਂ ਵਰਗਾ ਵੱਡਾ ਸਾਰਾ ਝੁਰਮਟ ਸੀ। ਅਜਿਹੇ ਝੁਰਮਟ ਕੱਲ੍ਹ ਵੀ ਮੈਂ ਕਈ ਥਾਂ ਵੇਖੇ ਸਨ। ਮੰਨਿਆ ਬੁਰਕਾ ਪੁੱਛੀ ਪਿਛਾਂ ਖਿੱਚੂ ਚੀਜ਼ ਸਹੀ, ਪਰ ਕੁੜੀਆਂ ਲਈ ਤਾਲੀਮ ਤਾਂ ਉਤਨੀ ਹੀ ਆਮ ਹੋ ਗਈ ਜਾਪਦੀ ਹੈ ਜਿਤਨੀ ਹੋਰ ਕਿਸੇ ਦੇਸ਼ ਵਿੱਚ। ਨਾਲੇ ਇਹ ਬੁਰਕਾ ਪੁਰਾਣੇ ਜ਼ਮਾਨੇ ਦੇ ਤੰਬੂਨੁਮਾ ਬੁਰਕਿਆਂ ਵਰਗਾ ਨਹੀਂ। ਇਹ ਹੁਸਨ ਨੂੰ ਲੁਕਾਉਂਦਾ ਹੈ ਜਾਂ ਹੋਰ ਵੀ ਨਿਖਾਰਦਾ ਹੈ, ਵਿਚਾਰਨ ਵਾਲੀ ਗੱਲ ਹੈ। ਬੱਸਾਂ, ਮੋਟਰਾਂ, ਟੈਕਸੀਆਂ ਮੁਲਤਾਨ ਰੋਡ ਉੱਤੇ ਦੂਰ ਦੂਰ ਜਾਂਦੀਆਂ ਦਿਸ ਰਹੀਆਂ ਸਨ। ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਇਸ ਪਾਸੇ ਸ਼ਹਿਰ ਦੀ ਆਬਾਦੀ ਬਹੁਤ ਵੱਧ ਗਈ ਹੈ। ਟਾਂਗੇ ਵਾਲਾ ਕਿਹੜੀ ਸੜਕ ਤੋਂ ਲੰਘ ਕੇ ਮਜ਼ੰਗ ਜਾਏਗਾ, ਇਹ ਨਕਸ਼ਾ ਯਾਦ ਵਿੱਚ ਨਹੀਂ ਸੀ ਆ ਰਿਹਾ, ਪਰ ਮੈਨੂੰ ਜਾਪਿਆ ਕਿ ਇੱਧਰੋਂ ਇੱਕ ਸੜਕ ਬਾਰ-ਬਾਰ ਲਾਰੈਂਸ ਗਾਰਡਨ ਨੂੰ ਵੀ ਜਾਂਦੀ ਸੀ। ਮਨੁੱਖ ਦਾ ਜੀਵਨ ਦਰਅਸਲ ਇੱਕ ਜੀਵਨ ਨਹੀਂ, ਉਹ ਪੜਾਅ ਤੇ ਸੰਪੂਰਨ ਕੀਤੇ ਅਨੇਕਾਂ ਜੀਵਨਾਂ ਦਾ ਸਮੂਹ ਹੈ, ਅਤੇ ਮੈਂ ਆਪਣੇ ਅਜਿਹੇ ਇੱਕ ਜੀਵਨ ਦਾ ਇੱਕ ਲਾਰੈਂਸ ਗਾਰਡਨ ਵੱਲ ਜਾਂਦੀ ਸੜਕ 'ਤੇ ਭੋਗ ਪਾਇਆ ਸੀ। ਇਹੋ ਜਿਹੀ ਹੀ ਇੱਕ ਸਵੇਰ ਸੀ। ਮੈਂ ਤੇ ਮੇਰੀ ਪ੍ਰੀਤਮਾ ਆਪਣੇ ਘਰੋਂ ਸੈਰ ਦਾ ਬਹਾਨਾ ਕਰਕੇ ਨਿਕਲੇ ਹੋਏ ਭਟਕਦੇ ਉਹ ਸੜਕ 'ਤੇ ਆ ਗਏ ਸਾਂ। ਹੱਥਾਂ ਵਿੱਚ ਹੱਥ ਨਹੀਂ ਸਨ ਪਾਏ। ਉਸ ਦਿਨ ਮੂੰਹਾਂ ਦੇ ਸੋਕੇ ਤੇ ਕੜਤਣਾ ਕਾਰਨ ਗੱਲਾਂ ਕਰਨਾ ਵੀ ਔਖਾ ਮਹਿਸੂਸ ਹੁੰਦਾ ਸੀ। ਮੈਂ ਉਸ ਅੱਗੇ ਤਜਵੀਜ਼ ਪੇਸ਼ ਰੱਖੀ ਸੀ ਕਿ ਕਿਧਰੇ ਨੱਠ ਜਾਣ ਦੀ ਵਿਉਂਤ ਬਣਾਈਏ। ਉਸ ਜਵਾਬ ਦਿੱਤਾ ਸੀ, ਵਿਉਂਤਾਂ ਬਣਾਉਣ ਦੀ ਲੋੜ ਨਹੀਂ, ਜੇ ਨੱਠਣਾ ਹੈ ਤਾਂ ਇਸੇ ਵੇਲੇ ਨੱਠ ਚੱਲੋ। ਇੱਕ ਵਾਰੀ ਘਰ ਪਰਤ ਕੇ ਮੇਰੇ ਕੋਲੋਂ ਫੇਰ ਨਹੀਂ ਕਿਧਰੇ ਜਾਇਆ ਜਾਣਾ। ਪਰ ਮੈਨੂੰ ਬਿਨਾਂ ਤਿਆਰੀ ਨੱਠਣਾ ਸੰਭਵ ਦਿਸਦਾ ਸੀ ਤੇ ਉਹ ਪੁੱਛਦੀ ਸੀ, ਕੀ ਤਿਆਰੀ? ਕਿਸ ਕਿਸਮ ਦੀ ਤਿਆਰੀ? ਅੱਜ 25 ਵਰ੍ਹਿਆਂ ਬਾਅਦ ਪਿੱਛੇ ਮੁੜ ਕੇ ਵੇਖਦਿਆਂ ਮੈਨੂੰ ਆਪਣੀ ਮੂਰਖਤਾ ਅਤੇ ਉਸ ਦੀ ਸਿਆਣਪ ਉੱਤੇ ਹੈਰਾਨ ਹੋਣਾ ਪੈ ਰਿਹਾ ਹੈ। ਉਹ ਬਾਲੜੀ ਜਿਹਨੇ ਮੇਰੀ MA ਦੀ ਡਿਗਰੀ ਦੇ ਮੁਕਾਬਲੇ ਵਿੱਚ ਮਸਾਂ ਮੈਟ੍ਰਿਕ ਪਾਸ ਕੀਤਾ ਸੀ, ਖੌਰੇ ਕਿਵੇਂ ਜਾਣ ਗਈ ਸੀ ਕਿ ਜਿੱਥੇ ਜਾਣ ਦੀ ਬਾਜੀ ਲਾਉਣੀ ਹੋਵੇ ਉੱਥੇ ਵਿਉਂਤ ਬਣਾਉਣ ਤੇ ਆਸਰੇ ਢੂੰਡਣ ਦੀ ਜ਼ਰੂਰਤ ਨਹੀਂ ਰਹਿੰਦੀ। ਸਾਡੇ ਪ੍ਰੇਮ ਦੇ ਸੁਪਨ ਮਹੱਲ ਤੋਂ ਬਾਹਰ ਚਵਾਂ ਪਾਸੇ ਹਨੇਰਾ ਹੀ ਹਨੇਰਾ ਸੀ। ਜੀਵਨ ਦਾ ਨਾ ਮੈਨੂੰ ਕੋਈ ਤਜਰਬਾ ਸੀ ਨਾ ਉਹਨੂੰ। ਫਿਰ ਵੀ ਹਨੇਰੇ ਵਿੱਚ ਛਾਲ ਮਾਰਨ ਦਾ ਉਹਨੂੰ ਡਰ ਨਹੀਂ ਸੀ। ਮੈਂ ਝਿਜਕ ਰਿਹਾ ਸਾਂ। ਸ਼ਾਇਦ ਉਹ ਜਾਣ ਗਈ ਸੀ ਕਿ ਵਿਉਂਤਾ ਬਣਾਉਣ ਦੀਆਂ ਗੱਲਾਂ ਕਰਕੇ ਦਰਅਸਲ ਮੈਂ ਆਪਣੀ ਕਾਇਰਤਾ ਨੂੰ ਲੁਕਾ ਰਿਹਾ ਸਾਂ। ਬੜੀ ਭਿਆਨਕ ਹਾਲਤ ਸੀ ਸਾਡੀ ਤੇ ਉਸੇ ਅਨੁਕੂਲ ਉਹ ਸੜਕ ਵੀ ਬੜੀ ਭਿਆਨਕ ਸੀ, ਜਿਵੇਂ ਸੈਨਤਾਂ ਨਾਲ ਹੋਣੀ ਦੇ ਝੌਲੇ ਵਿਖਾ ਰਹੀ ਹੋਵੇ। ਹਰ ਪਾਸੇ
ਕਬਰਿਸਤਾਨ, ਖਣਕਾਹਾਂ ਦੇ ਖੰਡਰ, ਨਹਿਸ਼ ਦਰਖਤਾਂ ਉੱਪਰ ਬੈਠੀਆਂ ਗਿੱਧਾਂ ਦੀਆਂ ਤਾਰਾਂ, ਸੂਲਾਂ ਵਾਂਗ ਤਿੱਖੀਆਂ ਤੇ ਮੋਏ ਪਸ਼ੂਆਂ ਦੇ ਜਬਾੜਿਆਂ ਵਾਂਗ ਲਿਸ਼ਕਦੀਆਂ ਕਿੱਕਰ ਦੀਆਂ ਕੰਡਿਆਲੀਆਂ ਵਾੜਾਂ। ਮੈਂ ਵੇਖਿਆ ਟਾਂਗੇ ਵਾਲਾ ਉਹ ਸੜਕ ਉੱਤੇ ਪੈ ਗਿਆ ਹੈ। ਮੈਂ ਤੌਖਲੇ ਨਾਲ ਉਹਨੂੰ ਰੋਕਿਆ, ਨਹੀਂ ਭਾਈਆ, ਇਹ ਸੜਕੋਂ ਨਹੀਂ, ਕਿਸੇ ਹੋਰ ਪਾਸੋਂ ਚੱਲ। ਜੀ ਉਹ ਅਗਾਂਹ ਅਸੀਂ ਖੱਬੇ ਨੂੰ ਭੌਂ ਜਾਣਾ, ਇਹ ਸੜਕ ਨੂੰ ਕੀ ਕਰਨਾ ਅਸੀਂ। ਉਸੇ ਦੀ ਉਸੇ ਤਰ੍ਹਾਂ ਵੀਰਾਨ ਪਈ ਸੀ ਉਹ ਸੜਕ, ਜ਼ਰਾ ਵੀ ਨਹੀਂ ਸੀ ਬਦਲੀ। ਹਾਂ, ਪਰ ਕਬਰਸਤਾਨਾਂ ਵਿੱਚ ਮੇਰੇ ਜੀਵਨ ਦੀ ਕਬਰ ਦਾ ਵਾਧਾ ਜ਼ਰੂਰ ਸੀ। ਟੰਗ 12 ਅਕਤੂਬਰ 1962। ਮਗਿਆਣਾ ਗੈਸਟ ਹਾਊਸ ਦੇ ਵਰਾਂਡੇ ਵਿੱਚ ਕੁਰਸੀ ਢਾਹ ਕੇ ਬੈਠਾ ਮੈਂ ਡਾਇਰੀ ਦੇ ਵਰਕੇ ਪੂਰੇ ਕਰ ਰਿਹਾ। ਸਾਹਮਣੇ ਬੇਰੀ ਦਾ ਦਰਖਤ ਹੈ, ਜਿਸ ਦੇ ਹੇਠ ਇੱਕ ਟਾਂਗਾ ਤੇ ਘੋੜੀ ਨੂੰ ਪੁੰਜੇ ਪੈਰਾਂ ਭਾਰ ਬਹਿ ਕੇ ਪੱਠੇ ਪਾਉਂਦਾ ਟਾਂਗੇ ਵਾਲਾ ਮੈਨੂੰ ਉਡੀਕ ਰਹੇ ਹਨ। ਲਿਖਦਿਆਂ ਲਿਖਦਿਆਂ ਘੜੀ ਮੁੜੀ ਮੇਰੀ ਨਿਗਾਹ ਉਹਨਾਂ ਵੱਲ ਜਾਂਦੀ ਹੈ ਅਤੇ ਹਰ ਵਾਰ ਰਜਵਾ ਜਿਹਾ ਸੁੱਖ ਮਹਿਸੂਸ ਕਰਕੇ ਮੁੜ ਆਉਂਦੀ ਹੈ। ਜੀਵਨ ਵਿੱਚ ਪਹਿਲੀ ਵਾਰ ਮੈਂ ਝੰਗ ਆਇਆ ਹਾਂ। ਹਾਲੀ 1 ਘੰਟਾ ਵੀ ਨਹੀਂ ਹੋਇਆ ਬੱਸਾਂ ਦੇ ਅੱਡੇ ਤੋਂ ਇੱਥੇ ਆਇਆ। ਅੱਡਾ ਵੀ ਸ਼ਹਿਰੋਂ ਬਾਹਰ ਹੈ ਤੇ ਗੈਸਟ ਹਾਊਸ ਵੀ। ਮਤਲਬ ਇਹ ਕਿ ਹਾਲੀ ਮੈਂ ਸ਼ਹਿਰ ਦਾ ਉੱਕਾ ਕੁਝ ਨਹੀਂ ਵੇਖਿਆ ਤੇ ਨਾ ਮੇਰੀ ਹਾਲੀ ਕਿਸੇ ਨਾਲ ਜਾਣ ਪਛਾਣ ਹੋਈ ਹੈ। ਫਿਰ ਵੀ ਅਜੀਬ ਤਰ੍ਹਾਂ ਦਾ ਸਕੂਨ ਦਿਲ ਨੂੰ ਮਹਿਸੂਸ ਹੋ ਰਿਹਾ ਹੈ, ਜਿਵੇਂ ਦੂਰ ਦਰਾਜ਼ ਦੇ ਸਫ਼ਰ ਕਰਕੇ ਮੈਂ ਆਪਣੇ ਘਰ ਮੁੜ ਆਇਆ ਹੋਵਾਂ। ਹਿੰਦੁਸਤਾਨ ਦਾ ਮੈਂ ਚੱਪਾ ਚੱਪਾ ਗਾਹਿਆ ਹੈ, ਬੜੀਆਂ ਰੀਝਾਂ ਤੇ ਉਮੰਗਾਂ ਨਾਲ। ਪਰ ਕਿਸੇ ਨਵੇਂ ਸ਼ਹਿਰ ਵਿੱਚ ਪਹੁੰਚ ਕੇ ਪਹਿਲੇ 1-2 ਦਿਨ ਜ਼ਰੂਰ ਓਪਰਾਪਣ ਮਹਿਸੂਸ ਕਰਦਾ ਹਾਂ, ਪਰ ਇੱਥੇ ਕੋਈ ਓਪਰਾਪਣ ਮਹਿਸੂਸ ਹੀ ਨਹੀਂ ਹੁੰਦਾ। ਗੈਸਟ ਹਾਊਸ ਮੈਨੂੰ ਆਪਣਾ ਘਰ ਜਾਪ ਰਿਹਾ ਹੈ। ਪੁੱਜਦਿਆਂ ਸਾਰ ਬੜੇ ਇਤਮਿਨਾਨ ਨਾਲ ਨਹਾਤਾ ਧੋਤਾ, ਡਟ ਕੇ ਨਾਸ਼ਤਾ ਕੀਤਾ, ਫਿਰ ਡਾਇਰੀ ਲਿਖਣ ਬਹਿ ਗਿਆ, ਜਿਵੇਂ ਕਿਸੇ ਗੱਲ ਦੀ ਜਲਦੀ ਨਾ ਹੋਵੇ। ਦਿਮਾਗ ਦੀਆਂ ਸਾਰੀਆਂ ਬੇਚੈਨੀਆਂ ਮੁੱਕ ਗਈਆਂ ਹੋਣ। ਕਿਉਂ ਨਹੀਂ ਮੇਰੇ ਪਿਓ ਦਾਦੇ ਦਾ ਦੇਸ, ਜਿੱਥੇ ਮੈਂ ਬਚਪਨ ਵਿੱਚ ਖੇਡਿਆ, ਹੁਣ ਇੱਥੋਂ ਉਤਨਾ ਹੀ ਦੂਰ ਰਹਿ ਗਿਆ ਹੈ ਜਿਤਨਾ ਬੰਬਈਓ ਪੂਨਾ। ਬੇਰੀ ਗਵਾਹ ਹੈ, ਸਾਵੇ ਕਚੂਰ, ਤੋਤੇ ਗਵਾਹ ਹਨ, ਧਰਤ ਆਕਾਸ਼ ਤੇ ਪੌਣ ਗਵਾਹ ਹਨ। ਸਵੇਰੇ 6 ਵਜੇ ਡਾਕਟਰ ਨਜ਼ੀਰ ਅਹਿਮਦ ਨਾਲ ਮੋਟਰ ਵਿੱਚ ਬਹਿ ਕੇ ਲਾਹੌਰੋਂ ਤੁਰਿਆ ਸਾਂ। ਉਹਨਾਂ ਲਾਇਲਪੁਰ ਐਗਰੀਕਲਚਰ ਕਾਲਜ ਦੇ ਮੁੰਡਿਆਂ ਦਾ ਇਮਤਿਹਾਨ ਲੈਣ ਜਾਣਾ ਸੀ। ਲਾਹੌਰ ਵਿੱਚ ਹਾਲੀ ਬਹੁਤ ਕੁਝ ਵੇਖਣਾ ਸੀ, ਅਣਗਿਣਤ ਮਿੱਤਰਾਂ ਨੂੰ ਮਿਲਣਾ ਗਿਲਣਾ ਸੀ। ਮਸਾਂ 1.5 ਦਿਨ ਹੀ ਤਾਂ ਉੱਥੇ ਬਿਤਾਇਆ ਸੀ, ਪਰ ਮੋਟਰ 'ਤੇ ਇਤਨੀ ਲੰਮੀ ਸੈਰ 'ਤੇ ਨਿਕਲ ਜਾਣ ਦਾ ਲਾਲਚ ਮੈਂ ਵਰਜ ਨਾ ਸਕਿਆ। ਮਨ ਨੂੰ ਇਹ ਆਖ ਕੇ ਦਿਲਾਸਾ ਦੇ ਲਿਆ ਕਿ ਝੰਗ, ਭੇਰਾ, ਪਿੰਡੀ ਆਦਿ ਦੀ ਯਾਤਰਾ ਖਤਮ ਕਰਕੇ ਪਾਕਿਸਤਾਨ ਅਖੀਰਲੇ 3-4 ਦਿਨ ਫਿਰ ਲਾਹੌਰ ਵਿੱਚ ਹੀ ਗੁਜ਼ਾਰਾਂਗਾ। ਤੇ ਸੱਚਮੁੱਚ ਇਸ ਮੋਟਰ ਦੀ ਸੈਰ ਦੀਆਂ ਕਈ ਭੁੱਲ ਝਾਕੀਆਂ ਸਨ। ਸਰਗੀ ਵੇਲੇ ਰਾਵੀ ਦੀ ਤਹਿ ਉੱਪਰ ਭਾਫ ਜਿਹੀ ਜਿਵੇਂ ਸੱਜਰੇ ਚੋਏ ਦੁੱਧ ਦੀ ਬਾਲਟੀ ਵਿੱਚ ਉੱਠਦੀ ਹੈ। ਰਾਵੀ ਦੀ ਭਰੀ ਭਰੀ ਛਾਤੀ, 12 ਦਰੀ ਜਿਹੜੀ ਪਹਿਲਾਂ ਦਰਿਆ ਦੇ ਕੰਢੇ ਉੱਤੇ ਹੁੰਦੀ ਸੀ, ਹੁਣ ਵਿੱਚ ਆ ਗਈ ਹੈ ਤੇ ਅਜਬ ਬਹਾਰ ਦਿੰਦੀ ਹੈ। ਮੈਂ ਫੋਟੋ ਖਿੱਚਣ ਦੀ ਗਰਜ ਨਾਲ ਮੋਟਰ ਰੁਕਵਾਈ, ਪਰ ਪਹਿਰੇਦਾਰ ਨੇ ਵਰਜ ਦਿੱਤਾ। ਕੁਝ ਚਿਰ ਖਲੋ ਕੇ ਦੋਵੇਂ ਖਾਮੋਸ਼ੀ ਨਾਲ ਨਜ਼ਾਰਾ ਵੇਖਦੇ ਰਹੇ। ਡਾਕਟਰ ਨਜ਼ੀਰ ਨੇ ਦੱਸਿਆ ਕਿ ਆਸ-ਪਾਸ ਦਿਆਂ ਬੇਲਿਆਂ ਵਿੱਚ ਪੈਦਲ ਲੰਮੀਆਂ ਸੈਰਾਂ ਕਰਨ ਦਾ ਉਹਨਾਂ ਨੂੰ ਬੜਾ ਸ਼ੌਕ ਹੈ। ਕਿੱਸਿਆਂ ਵਿੱਚ 12 ਤੇ ਬੇਲਿਆਂ ਬਾਰੇ ਪੜ੍ਹਿਆ ਹੋਇਆ ਸੀ, ਪਰ ਇਹ ਨਹੀਂ ਸੀ ਪਤਾ ਇਹ ਕੀ ਹੁੰਦੇ ਹਨ। ਆਪਣੀ ਅਗਿਆਨਤਾ ਨੂੰ ਪ੍ਰਗਟ ਕਰਦਿਆਂ ਸੰਗ ਜ਼ਰੂਰ ਮਹਿਸੂਸ ਹੋਈ, ਪਰ ਪੁੱਛ ਹੀ ਲਿਆ। ਸਫ਼ਰ ਦੇ ਦੌਰਾਨ ਡਾਕਟਰ ਨਜ਼ੀਰ ਨੇ 12 ਵੀ ਵਿਖਾਈਆਂ ਤੇ ਬੇਲੇ ਵੀ। ਬੇਲੇ ਉਹ ਜਿੱਥੇ ਮਈਆਂ ਚਾਰਦੇ ਰਾਂਝੇ ਨੂੰ ਹੀਰ ਚੂਰੀ ਖਵਾਉਣ ਜਾਂਦੀ ਸੀ, 12 ਉਹ ਜਿਨ੍ਹਾਂ ਉੱਪਰ ਮਿਰਜ਼ੇ ਖਾਨ ਦੀ ਬੱਕੀ ਝੱਖੜ ਵਾਂਗ ਝੁਲਦੀ ਸੀ। ਅਗਿਆਨਤਾ ਦੂਰ ਕਰਨ ਦਾ ਅਜਿਹਾ ਇੱਕ ਹੋਰ ਯਤਨ ਕੁਝ ਦਿਨ ਬਾਅਦ ਝੰਗ ਤੋਂ ਬੱਸ ਵਿੱਚ ਸਰਗੋਧੇ ਜਾਂਦਿਆਂ ਵੀ ਕੀਤਾ ਸੀ। ਡਰਾਈਵਰ ਤੋਂ ਪੁੱਛਿਆ, ਕਿਉਂ ਜੀ, ਡਾਚੀ ਤੇ ਊਠ ਦਾ ਕੀ ਫਰਕ ਹੁੰਦਾ ਹੈ? ਤੇ ਅੱਗੋਂ ਹੱਸ ਕੇ ਬੋਲਿਆ, ਜੀ ਉਹ ਦੁੱਧ ਦਿੰਦੀ ਹੈ। ਡਾਕਟਰ ਨਜ਼ੀਰ ਦੇ ਮੂੰਹੋਂ ਕਈ ਹੋਰ ਪੱਲੇ ਬੰਨਣ ਯੋਗ ਲਫ਼ਜ਼ ਸੁਣੇ। ਥਮਲੇ, ਤੇਗ, ਇਹਦਾ ਮਤਲਬ ਹੁਣ ਫਿਰ ਭੁੱਲ ਗਿਆ ਹੈ। ਨੂਰ ਪਾਕ ਦਾ ਵੇਲਾ, ਮਤਲਬ ਅੰਮ੍ਰਿਤ ਵੇਲਾ। ਡੇਰਾ ਬਾਬਾ ਨਾਨਕ ਕੋਲੋਂ ਲੰਘੇ ਤਾਂ ਉਹਨਾਂ ਕਿਹਾ, ਇਹ ਹਮੇਸ਼ਾ ਤੋਂ ਬੜਾ ਮੁਰਦਮ ਖੇਜ਼ ਇਲਾਕਾ ਰਿਹਾ ਹੈ।
ਕਿਤਨਾ ਸੋਹਣਾ ਲਫ਼ਜ਼ ਸੀ ਮੁਰਦਮ ਖੇਜ਼। ਮੋੜ ਉੱਤੇ ਉਰਦੂ ਵਿੱਚ ਆਦਰਪੂਰਨ ਬੋਰਡ ਲੱਗਿਆ ਸੀ, ਡੇਰਾ ਬਾਬਾ ਨਾਨਕ ਸਾਹਿਬ ਜੀ। ਅੱਗੇ ਜਾ ਕੇ ਟੋਬਾ ਟੇਕ ਸਿੰਘ ਨਾਂ ਦਾ ਪਿੰਡ ਆਇਆ। ਡਾਕਟਰ ਨਜ਼ੀਰ ਨੇ ਦੱਸਿਆ ਕਿ ਉਹ ਵੀ ਬੜੇ ਉੱਚੇ ਦਰਜੇ ਦਾ ਬੰਦਾ ਹੋ ਗੁਜ਼ਰਿਆ ਹੈ। ਲਾਹੌਰ ਤੇ ਲਾਇਲਪੁਰ ਦੇ ਅੱਧ ਵਿਚਾਲੇ ਇੱਕ ਪਿੰਡ ਚਾਹ ਪੀਣ ਲਈ ਰੁਕੇ। ਡਰਾਈਵਰ ਨੇ ਚਾਹ ਨਹੀਂ ਪੀਤੀ। ਆਪਣੀ ਰਲੀ ਮਿਲੀ ਦੁਆਬੀ ਮਾਝੀ ਬੋਲੀ ਵਿੱਚ ਕਹਿਣ ਲੱਗਾ, ਅਸੀਂ ਤਾਂ ਜੀ ਬਹੁਤ ਥੱਕੇ ਹੋਈਏ ਤਾਂ ਦੁੱਧ ਦਾ ਪਿਆਲਾ ਭਰ ਕੇ ਬਸ ਆਇਨਾ ਕੁ ਰੰਗ ਮਤਲਬ ਚਾਹ ਪੀ ਲੈਂਦੇ ਹਾਂ। ਹੋਰਾਂ ਪਿੰਡਾਂ ਦੀ ਮਾਲੀ ਹਾਲਤ ਵੀ ਪਹਿਲੀ ਨਜ਼ਰੇ ਨਾ ਬਹੁਤੀ ਮਾੜੀ ਜਾਪਦੀ ਸੀ ਤੇ ਨਾ ਬਹੁਤੀ ਚੰਗੀ। ਆਜ਼ਾਦੀ ਤੋਂ ਪਹਿਲਾਂ ਪੱਛਮੀ ਪੰਜਾਬ ਦੇ ਪਿੰਡ ਜਿਸ ਤਰ੍ਹਾਂ ਦੇ ਹੁੰਦੇ ਸਨ ਉਸੇ ਤਰ੍ਹਾਂ ਜਾਪਦਾ ਸੀ। ਦਿਹਾਤ ਵਿੱਚ ਉਸਾਰੂ ਯੋਜਨਾਵਾਂ ਦੀ ਕੋਈ ਉਗ ਸੁਗ ਨਹੀਂ ਦਿਸੀ, ਪਰ ਦਾਅਵੇ ਨਾਲ ਕਹਿਣ ਜੋਗਾ ਹੋਣ ਲਈ ਮੋਟਰ ਦੀ ਧੂੜ ਉਡਾਉਂਦਿਆਂ ਲੰਘ ਜਾਣਾ ਕਾਫੀ ਨਹੀਂ, ਡੂੰਘੇਰੇ ਮਤਾਲੇ ਦੀ ਲੋੜ ਹੁੰਦੀ ਹੈ। ਚਾਹ ਵਾਲੀ ਦੁਕਾਨ ਉੱਤੇ ਇੱਕ ਵੰਨਗੀ ਦੀ ਮਠਿਆਈ ਵੀ ਵਿਕ ਰਹੀ ਸੀ, ਜੋ ਸਾਡੇ ਭੇਰੇ ਸ਼ਾਦੀ ਦੇ ਵਿਆਹ ਮੌਕੇ ਉੱਤੇ ਸ਼ਰੀਕਾਂ ਨੂੰ ਵੰਡੀ ਜਾਂਦੀ ਸੀ। ਚਿਰਾਂ ਤੋਂ ਉਸ ਦਾ ਨਾਂ ਯਾਦ ਵਿੱਚ ਤਰਦਾ ਸੀ, ਪਰ ਪਕੜ ਵਿੱਚ ਨਹੀਂ ਸੀ ਆਉਂਦਾ। ਮਹਿਸੂਸ ਕੀਤਾ, ਪੁੱਛਣ ਤੇ ਮਾਲੂਮ ਹੋਇਆ ਇਹਨੂੰ ਬਦਾਨਾ ਆਖਦੇ ਹਨ। ਬੜੀ ਤਸੱਲੀ ਹੋਈ।